एक गैंग सीगा सरकारां दे विच, चाहे वो अकाली ला लो चाहे कांग्रेस ला लो। उन्होंने सरकारां दीयां जमीनां जिहड़ियां सी शामलाट जमीनां सारियां दब लईआं ते वो कब्जे उस तो जिहड़ा कमाई होनी सी सरकार नूं, वो सरकार नूं कमाई ना हो के वो सारी जिहड़ी है लीडरां दे ते अफसरां दे घरां दे विच ही जिहड़ी सारी कमाई गई है। उन्होंने जमीनां नूं दब लिया, बहुत वड्डियां जमीनां जिहड़ियां ने उन्हां दे नकली पेपर तैयार करके गमाडा ने साइट ते पातियां कि साडियां किहड़ियां इलीगल ने लीगल ने, लेकिन इन्हां ने अज तक भी इलीगल किहड़ी है लीगल किहड़ी अज तक भी नहीं पा रहे। इन्हां कोल लिस्टां पईआं ने, तहसीलदार कोल लिस्ट हैगी है, वो लिस्ट पई है लेकिन वो कमरे 'च बंद की। साडे कोल ऐसियां ऐसियां थावां ने जिथे हस्पताल बनने चाहिए ने, लेकिन क्योंकि वो जमीनां ते कब्जे सीगे और पहलियां सरकारां ने कदी ये ध्यान ही नहीं दिता इस गल वाले पासे। उन्होंने तो जी चंगी जमीन लगी वो एक्वायर करते रहे क्योंकि उन्होंने हर थां ते आपदे हिस्से सी। हुण जिहड़ा है इस टाइम जो सरकार जो साफ नीयत वाली आ गई और इन्होंने एक ठान ही ली कि सारी जमीन खाली करानी है, तो हुण एडे क एक्शन होणगे जे 31 मई तक किसी ने आपे आप सरेंडर ना की जमीन। वॉइस ऑफ पंज आप टीवी ते प्रोग्राम हॉटलाइनस च मैं तुहाडा सब दा स्वागत करदा। जिवें कि आपां नूं पता ही है कि पंजाब विच नजायज़ कब्जे ने जिहड़े सरकारी जमीनां उत्ते लोकां वल्लों कब्जे कीते गए ने, उन्हां नूं छुडवाउण दे लई पंजाब सरकार वल्लों मुहिम चलाई गई है। तां इस वक्त साडे नाल सुखदेव चौधरी जी मौजूद ने, उन्हां नाल इस मुद्दे बारे गलबात करांगे। चौधरी साहब बहुत बहुत स्वागत है तुहाडा। थैंक यू जी। किवें लग रिहा जी सरकार दा इह कदम आ जिहड़ा नजायज़ कब्जे छुडवाउण दा? देखो बहुत वधिया जिहड़ी सानूं उम्मीद सी, असीं अक्सर ये गल क्या करदे सी भी किसी ईमानदार सरकार दी इंतजार च ते सानूं कुछ उम्मीदां होईयां ने ਇੱਥੇ ਜਿਹੜੀ ਇੱਕ ਤਾਂ ਭਗਵੰਤ ਮਾਨ ਜੀ ਦੀ ਟੀਮ ਉਸ ਤਰੀਕੇ ਦੀ ਵਧੀਆ ਆਈ ਹੈ। ਫਿਰ ਜਿਹੜੇ ਮੰਤਰੀ ਨੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਜੀ, ਇਹ ਵੀ ਇੱਕ ਬੜੀ ਸੋਹਣੀ ਸੋਚ ਵਾਲੇ ਔਰ ਬੜੇ ਇਮਾਨਦਾਰ ਤੇ ਜੁਝਾਰੂ ਲੀਡਰ ਨੇ। ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਹੈ, ਜਿਹੜਾ ਅਸੀਂ ਆਪਾਂ ਅੱਜ ਗੱਲ ਕਰ ਰਹੇ ਹਾਂ, ਸਰਕਾਰ ਦੀ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੇ ਇੱਕ ਜ਼ਮੀਨਾਂ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਐਡਾ ਵੱਡਾ ਇੱਕ ਗੈਂਗ ਸੀਗਾ ਸਰਕਾਰਾਂ ਦੇ ਵਿੱਚ, ਚਾਹੇ ਉਹ ਅਕਾਲੀ ਲਾ ਲਓ ਚਾਹੇ ਕਾਂਗਰਸ ਲਾ ਲਓ, ਉਹਨਾਂ ਨੇ ਸਰਕਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਸ਼ਾਮਲਾਟ ਜ਼ਮੀਨਾਂ ਸਾਰੀਆਂ ਦਬ ਲਈਆਂ। ਉਹ ਤੇ ਕਿੰਨੇ ਸਾਲਾਂ ਤੋਂ, ਅਸੀਂ ਤਾਂ 40-50 ਸਾਲ ਤੋਂ ਹੀ ਕਹਾਂਗੇ ਵੀ ਜਦੋਂ ਤੋਂ ਇਹਨਾਂ ਦਾ ਰਾਜ ਇਹਨਾਂ ਨੇ ਕੀਤਾ ਪੰਜਾਬ 'ਚ, ਉਦੋਂ ਤੋਂ ਹੀ ਇਹਨਾਂ ਨੇ ਉਹ ਜ਼ਮੀਨਾਂ ਵਾਹੀਆਂ। ਉਹਨਾਂ ਦਾ ਜਦ ਸਾਰਾ ਜਿਹੜਾ ਪੈਸਾ ਆਪਦੇ ਘਰੇ ਪਾਇਆ, ਨਾ ਕਿ ਜਿਹੜਾ ਪੰਚਾਇਤ ਨੂੰ ਜਾਣਾ ਚਾਹੀਦਾ ਸੀਗਾ, ਉਹ ਸਾਰਾ ਰੁਪਈਆ ਆਪਦੇ ਕੋਲ ਰੱਖਿਆ ਉਹਨਾਂ ਨੇ। ਅਤੇ ਹੁਣ ਸਰਕਾਰ ਆਈ ਹੈ, ਵਧੀਆ ਸਰਕਾਰ ਹੈ, ਸਾਨੂੰ ਉਮੀਦਾਂ ਨੇ ਕਿ ਹਰ ਤਰੀਕੇ ਦੀ ਜਿਹੜੀਆਂ ਨੇ ਜ਼ਮੀਨਾਂ ਤੋਂ ਮੁਕਤ ਵੀ ਕਰਾਉਣਗੇ ਅਤੇ ਵਧੀਆ ਢੰਗ ਨਾਲ ਚੱਲੇਗੀ ਸਰਕਾਰ। ਜੇ ਜ਼ਮੀਨਾਂ ਦੀ ਗੱਲ ਕੀਤੀ ਜਾਵੇ, ਦੋ ਤਰ੍ਹਾਂ ਦੀਆਂ ਜ਼ਮੀਨਾਂ ਨੇ, ਪੇਂਡੂ ਜ਼ਮੀਨਾਂ ਜਿਹੜੀਆਂ ਖੇਤੀਯੋਗ ਜ਼ਮੀਨਾਂ ਅਤੇ ਸ਼ਹਿਰੀ ਜ਼ਮੀਨਾਂ ਨੇ ਜਿਹੜੀਆਂ, ਜਿਨ੍ਹਾਂ ਤੋਂ ਬਹੁਤ ਵੱਡੀ ਇਨਕਮ ਵੀ ਸਰਕਾਰ ਨੂੰ ਪ੍ਰਾਪਤ ਹੋ ਸਕਦੀ ਹੈ। ਉੱਥੇ ਇੰਡਸਟਰੀ ਲੱਗ ਸਕਦੀ ਹੈ ਜਾਂ ਫਿਰ ਉਹਨੂੰ ਲੀਜ਼ 'ਤੇ ਦਿੱਤਾ ਜਾ ਸਕਦਾ ਹੈ। ਜੇ ਗੱਲ ਕੀਤੀ ਜਾਵੇ, ਕਈ ਲੋਕ ਨੇ ਜਿਹੜੇ ਦਾਅਵਾ ਕਰਦੇ ਨੇ ਅਸੀਂ ਲੀਜ਼ 'ਤੇ ਜ਼ਮੀਨ ਲਈ ਹੋਈ ਆ, ਉਹਨਾਂ ਕੋਲ ਕਾਗਜ਼ਾਤ ਨੇ ਜਿਹੜੇ ਉਹ ਵੀ ਪੂਰੇ ਨਹੀਂ ਹੁੰਦੇ। ਬਿਲਕੁਲ ਜੀ, ਇਹ ਸਾਰਾ ਕੁਛ ਜਿਹੜਾ ਚੱਲ ਰਿਹਾ, ਮੈਂ ਪਹਿਲਾਂ ਤੁਹਾਨੂੰ ਇੱਕ ਜਿਹੜੀ ਰੂਰਲ ਏਰੀਆ ਦੀ ਗੱਲ ਕਰ ਦਿੰਦਾ ਕਿ ਜਿਹੜਾ ਰੂਰਲ ਏਰੀਆ ਪੇਂਡੂ ਵਿਕਾਸ ਦੇ ਆਪਾਂ ਗੱਲ ਕਰੀਏ, ਉੱਥੇ ਜਿਹੜਾ ਜ਼ਮੀਨਾਂ ਦਾ ਉਹ ਬਹੁਤ ਵੱਡੀਆਂ ਜ਼ਮੀਨਾਂ ਪਈਆਂ ਨੇ, ਜਿਹੜੀਆਂ ਜਿੱਥੋਂ ਦੀ ਸਰਕਾਰ ਨੂੰ ਕੁਛ ਨਹੀਂ ਮਿਲ ਰਿਹਾ, ਉਹ ਸਾਰਾ ਜਿਹੜਾ ਕਬਜ਼ੇ ਨੇ। ਅਤੇ ਉਹ ਕਬਜ਼ੇ ਉਸ ਤੋਂ ਜਿਹੜਾ ਕਮਾਈ ਹੋਣੀ ਸੀ ਸਰਕਾਰ ਨੂੰ, ਉਹ ਸਰਕਾਰ ਨੂੰ ਕਮਾਈ ਨਾ ਹੋ ਕੇ ਉਹ ਸਾਰੀ ਜਿਹੜੀ ਇਹ ਲੀਡਰਾਂ ਦੇ ਅਤੇ ਅਫਸਰਾਂ ਦੇ ਘਰਾਂ ਦੇ ਵਿੱਚ ਹੀ ਜਿਹੜੀ ਸਾਰੀ ਕਮਾਈ ਗਈ ਹੈ। ਜਿਹੜੀ ਅਰਬਨ ਦੀ ਗੱਲ ਕਰੀਏ ਆਪਾਂ, ਸ਼ਹਿਰੀ, ਕਿਉਂਕਿ ਉਹ ਡਿਪਾਰਟਮੈਂਟ ਅੱਡ ਹੋ ਜਾਂਦਾ, ਉਹ ਲੋਕਲ ਬੋਡੀ 'ਚ ਆ ਜਾਂਦਾ। ਇਹ ਅਲੱਗ ਡਿਪਾਰਟਮੈਂਟ, ਦੋਨੋਂ ਮੰਤਰੀ ਵੀ ਅੱਡ ਅੱਡ ਹੈ ਔਰ ਡਿਪਾਰਟਮੈਂਟ ਵੀ ਦੋਨੋਂ ਅੱਡ ਅੱਡ ਆ। ਜਿਹੜੀ ਸ਼ਹਿਰ ਦੀ ਪ੍ਰੋਪਰਟੀ ਹੈ, ਸ਼ਹਿਰ ਦੀ ਪ੍ਰੋਪਰਟੀ 'ਚੋਂ ਸਰਕਾਰ ਨੂੰ ਕੋਈ ਆਮਦਨ ਨਹੀਂ ਹੋ ਰਹੀ। ਪਿੰਡ 'ਚ ਤਾਂ ਫਿਰ ਵੀ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਜਿੱਥੇ ਸਰਪੰਚ ਚੰਗੇ ਨੇ, ਉਹ ਆਪਦੇ ਕਿਸੇ ਨਾ ਕਿਸੇ ਰੂਪ 'ਚ ਸ਼ਾਮਲਾ ਜ਼ਮੀਨਾਂ ਨੂੰ ਲੀਜ਼ 'ਤੇ ਦੇ ਕੇ ਪ੍ਰੋਪਰ ਢੰਗ ਨਾਲ ਉਹਨਾਂ 'ਤੇ ਕਮਾਈ ਕਰ ਰਹੇ ਨੇ, ਵਧੀਆ ਢੰਗ ਨਾਲ ਕਰ ਰਹੇ ਨੇ, ਸਰਕਾਰ ਨੂੰ ਪੈਸਾ ਆ ਰਿਹਾ। ਲੇਕਿਨ ਸ਼ਹਿਰ ਦੇ ਵਿੱਚ ਤਾਂ ਜ਼ਮੀਨਾਂ ਹੀ ਦੱਬੀਆਂ ਖੜੀਆਂ ਨੇ, ਸਾਰੇ ਦੱਬ ਕੇ, ਜਿਹੜੇ ਖਾਸ ਤੌਰ 'ਤੇ ਜਿਹੜੇ ਭੂ ਮਾਫੀਆ ਹੈ ਬਿਲਡਰ ਦੇ ਨਾਲ ਰਲ ਕੇ, ਉਹਨਾਂ ਨੇ ਜ਼ਮੀਨਾਂ ਨੂੰ ਦੱਬ ਲਿਆ। ਬਹੁਤ ਵੱਡੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੇ ਨਕਲੀ ਪੇਪਰ ਤਿਆਰ ਕਰਕੇ, ਅਸੀਂ ਆਪਣੇ ਹਲਕੇ ਦੀ ਗੱਲ ਕਰੀਏ, ਅਗਰ ਮੈਂ ਡੇਰਾਬੱਸੀ ਹਲਕੇ ਦੀ ਗੱਲ ਕਰਨਾ, ਉੱਥੇ ਸ਼ਹਿਰ 'ਚ ਜ਼ੀਰਕਪੁਰ ਸ਼ਹਿਰ 'ਚ, ਡੇਰਾਬੱਸੀ ਸ਼ਹਿਰ 'ਚ ਇੰਨੀਆਂ ਜ਼ਮੀਨਾਂ ਜਿਹੜੀਆਂ ਕਬਜ਼ੇ ਕਰ ਲਈਆਂ, ਕਿਤੇ ਸਕੂਲ ਬਣਾ ਦਿੱਤੇ ਗਏ ਨੇ, ਕਿਤੇ ਕਮਰਸ਼ੀਅਲ ਕੱਟਤੇ, ਕਿਤੇ ਰੈਜ਼ੀਡੈਂਸ਼ੀਅਲ ਫਲੈਟ ਬਣਾਤੇ। ਲੇਕਿਨ ਉਹ ਜ਼ਮੀਨਾਂ ਜਿਹੜੀਆਂ ਨੇ, ਕਿਉਂਕਿ ਹਜੇ ਜਿਹੜਾ ਪੂਰਾ ਜ਼ੋਰ ਜਿਹੜਾ ਚੱਲ ਰਿਹਾ ਉਹ ਸਿਰਫ ਰੂਰਲ ਏਰੀਆ 'ਤੇ ਚੱਲ ਰਿਹਾ, ਰੂਰਲ ਦੀਆਂ ਜ਼ਮੀਨਾਂ ਨੇ ਉਹਨੂੰ ਛੁਡਵਾਉਣ ਦੀ ਗੱਲ ਚੱਲ ਰਹੀ। ਔਰ CM ਸਾਹਿਬ ਨੇ 31 ਮਈ ਲਾਸਟ ਵੀ ਦਿੱਤੀ ਡੇਟ ਵੀ ਆਪੇ ਆਪ ਸਰੈਂਡਰ ਕਰ ਦਿਓ,
ਵੀ ਨਹੀਂ ਤਾਂ ਫਿਰ ਖਰਚੇ ਵੀ ਪਿੱਛੋਂ ਦੀ ਸ਼ੁਰੂ ਹੋਣਗੇ ਤੇ ਪਰਚੇ ਵੀ ਸ਼ੁਰੂ ਹੋਣਗੇ। ਤਾਂ ਉਹ ਖਰਚੇ ਪਰਚੇ ਦੀ ਗੱਲ ਤੋਂ ਡਰ ਕੇ ਲੋਕ ਜਿਹੜੇ ਨੇ ਹੁਣ ਆਪੇ ਆਪ ਸਰੈਂਡਰ ਵੀ ਕਰ ਰਹੇ ਨੇ। 1000 ਤੋਂ ਵੱਧ ਏਕੜ ਤਾਂ ਲੈਂਡ ਇੱਕ ਹਫ਼ਤੇ 'ਚ ਹੀ ਖਤਮ, ਮਤਲਬ ਸਰਕਾਰ ਨੇ ਜਿਹੜੀ ਹੈ ਫ੍ਰੀ ਕਰਵਾ ਲਈ ਜੀ। ਕੱਲ ਫਤਿਹਗੜ੍ਹ ਸਾਹਿਬ ਦਾ ਇੱਕ ਪਿੰਡ ਆ ਛਲੇੜੀ, ਉੱਥੇ 461 ਏਕੜ ਦੇ ਕਰੀਬ ਜ਼ਮੀਨ ਆ ਲੋਕਾਂ ਨੇ ਖੁਦ ਛੱਡ ਦਿੱਤੀ ਆ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਉੱਥੇ ਪਹੁੰਚੇ ਸੀ, ਤਾਂ ਕੀ ਬਦਲਾਅ ਲੱਗ ਰਿਹਾ ਕਿ ਲੋਕ ਆਪਣੇ ਆਪ ਕਬਜ਼ੇ ਛੱਡ ਰਹੇ ਨੇ? ਦੇਖੋ, ਉਹਨਾਂ ਨੂੰ ਹੁਣ ਇੱਕ ਜਿਵੇਂ ਪਹਿਲਾਂ ਇਹਨਾਂ ਨੇ ਫੈਲਾਇਆ ਸੀਗਾ ਵੀ ਇਹ ਸਰਕਾਰ ਬਾਰੇ ਬੜਾ ਕੁਝ, ਲੇਕਿਨ ਲੋਕਾਂ ਨੂੰ ਵਿਸ਼ਵਾਸ ਸੀ, ਲੋਕਾਂ ਨੇ ਬਹੁਮਤ ਵੀ ਦਿੱਤਾ, ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ, ਤੇ ਉਹ ਜੇਕਰ ਇਹ ਵਿਸ਼ਵਾਸ ਤੇ ਖਰੇ ਨਾ ਉਤਰਦੇ ਤਾਂ ਫਿਰ ਲੋਕਾਂ ਨੂੰ ਵੀ ਰੋਸ ਸੀਗਾ ਇਸ ਦੇ ਵਿੱਚ। ਹੁਣ ਜਿਹੜੀਆਂ ਜ਼ਮੀਨਾਂ ਲੋਕ ਆਪੇ ਆਪ ਸਰੈਂਡਰ ਕਰ ਰਹੇ ਆ, ਇੱਕ ਡਰ ਕਰਕੇ ਕਰ ਰਹੇ ਆ। ਪਹਿਲਾਂ ਵੀ ਸੀਗੇ, ਪਹਿਲਾਂ ਵੀ ਉਹਨਾਂ ਨੇ ਕੀਤੀਆਂ ਹੋਈਆਂ ਸੀ, ਲੇਕਿਨ ਉਹ ਕਿਉਂਕਿ ਨਾਲ ਰਲੇ ਹੋਏ ਸੀਗੇ ਤਾਂ ਉਹ ਕਹਿੰਦੇ ਸੀ ਨਾ ਕੁੱਤੀ ਚੋਰਾਂ ਨਾਲ ਰਲੀ ਹੋਈ ਸੀ ਤਾਂ ਕੋਈ ਰੋਕ ਨਹੀਂ ਸਕਦੇ ਸੀਗੇ। ਹੁਣ ਜਿਹੜਾ ਹੈ ਇਸ ਟਾਈਮ ਜਿਹੜੇ ਸਰਕਾਰ ਜਦੋਂ ਸਾਫ਼ ਨੀਅਤ ਵਾਲੀ ਆ ਗਈ ਔਰ ਇਹਨਾਂ ਨੇ ਇੱਕ ਠਾਣ ਹੀ ਲਈ ਕਿ ਸਾਰੀ ਜ਼ਮੀਨ ਖਾਲੀ ਕਰਾਣੀ ਹੈ, ਤਾਂ ਹੁਣ ਐਡੇ ਕੁ ਐਕਸ਼ਨ ਹੋਣਗੇ। ਜੇ 31 ਮਈ ਤੱਕ ਕਿਸੇ ਨੇ ਆਪੇ ਆਪ ਸਰੈਂਡਰ ਨਾ ਕੀਤੀ ਜ਼ਮੀਨ ਤਾਂ ਉਹਨਾਂ ਤੇ ਬਹੁਤ ਵੱਡੇ ਪਰਚੇ ਵੀ ਪੈਣਗੇ, ਤੇ ਉਹਨਾਂ ਦੀਆਂ ਪਿੱਛੇ ਵੀ ਜਿਹੜੀਆਂ ਜ਼ਮੀਨਾਂ ਜਿੰਨਾ ਚਿਰ ਉਹਨਾਂ ਕੀਤਾ ਹੁੰਦਾ ਜਿਹੜੇ ਖਰਚੇ ਨੇ ਉਹ ਵੀ ਬਹੁਤ ਲੱਖਾਂ 'ਚ ਪਹੁੰਚ ਜਾਣਗੇ। ਇਸ ਕਰਕੇ ਲੋਕ ਜਿਹੜੇ ਆਪੇ ਆਪ ਹੀ ਸਰੈਂਡਰ ਕਰ ਰਹੇ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹ ਸਰੈਂਡਰ ਲੋਕ ਡਰਦੇ ਮਾਰੇ ਕਰ ਰਹੇ ਹੁਣ। ਕਈ ਥਾਵਾਂ 'ਤੇ ਪਿਛਲੀ ਸਰਕਾਰ ਵੇਲੇ ਇੱਦਾਂ ਹੋਇਆ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਸੀ ਉਹ ਸਰਕਾਰ ਨੇ ਐਕਵਾਇਰ ਕਰ ਲਈਆਂ ਜੀ। ਇੱਥੇ ਇੰਡਸਟਰੀਅਲ ਪਾਰਕ ਬਣੇਗਾ, ਇੱਥੇ ਉਹ ਬਣੇਗਾ, ਅਤੇ ਕਈ ਮੁੱਦੇ ਨੇ, ਵਿਵਾਦ ਵੀ ਖੜੇ ਹੋਏ ਨੇ। ਲੁਧਿਆਣਾ ਕੋਲ ਮੱਤੇਵਾੜਾ ਜੰਗਲ ਸੀਗਾ, ਉੱਥੇ ਕਹਿੰਦੇ ਇੰਡਸਟਰੀਅਲ ਪਾਰਕ ਲਾਉਣਾ ਹੈ। 400 ਦੇ ਕਰੀਬ ਸ਼ਾਇਦ ਜ਼ਮੀਨ ਸੀ ਉੱਥੇ, ਹੈ ਨਾ, 400 ਏਕੜ ਦੇ ਕਰੀਬ। ਤਾਂ ਉਹ ਲੋਕਾਂ ਨੇ ਬਹੁਤ ਮੁੱਦੇ ਚੱਕੇ ਸੀ ਕਿ ਸਾਡਾ ਜੰਗਲ ਖਤਮ ਕੀਤਾ ਜਾ ਰਿਹਾ ਹੈ। ਤਾਂ ਉਮੀਦ ਆ ਕਿ ਜਿਹੜੇ ਗੰਭੀਰ ਮਸਲੇ ਸੀ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ, ਉਹਨਾਂ ਵੱਲ ਸਰਕਾਰ ਧਿਆਨ ਦੇਊਗੀ। ਬਿਲਕੁਲ, ਉਹਨਾਂ ਤੇ ਵਿਸ਼ੇਸ਼ ਰੂਪ 'ਚ ਧਿਆਨ ਹੈ। ਇੱਕ ਵਾਰੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ 31 ਮਈ ਇੱਕ ਲਾਸਟ ਡੇਟ ਦਿੱਤੀ ਉਹਨਾਂ ਨੇ ਕਿ ਲੋਕ ਜਿਹੜੀ ਮਿਹਨਤ ਸਰਕਾਰ ਨੂੰ ਨਾ ਕਰਨੀ ਪਵੇ, ਲੋਕ ਆਪੇ ਆਪ ਸਰੈਂਡਰ ਕਰ ਦੇਣ। ਅਸੀਂ ਮੈਂ 1100 ਏਕੜ ਦੀ ਗੱਲ ਕਰਦਾ, ਸਾਡੇ ਜ਼ੀਰਕਪੁਰ ਦੇ ਵਿੱਚ ਪ੍ਰਾਈਮ ਲੋਕੇਸ਼ਨ ਜਿਹਦੀ ਵੈਲਿਊ 10 ਕਰੋੜ ਰੁਪਏ ਏਕੜ ਦਾ ਰੇਟ ਹੈ, ਉਹ 1100 ਏਕੜ ਛਿਪਰਾ ਨਾਮ ਦੀ ਕੰਪਨੀ ਨੂੰ ਉਸ ਟਾਈਮ ਦਿੱਤੀ ਸੀ ਕਿ ਇਹ ਇੱਥੇ ਇੰਡਸਟਰੀ ਲਗਾਏਗੀ। ਲੇਕਿਨ ਉਹਨਾਂ ਨੇ ਇੰਡਸਟਰੀ ਨਾ ਲਗਾ ਕੇ ਉਹ ਸਾਰੀ ਦੀ ਸਾਰੀ ਜਿਹੜੀ ਜ਼ਮੀਨ ਹੈ ਵੇਚ ਦਿੱਤੀ, ਔਰ ਉਹ ਅੱਜ 10 ਕਰੋੜ ਦੇ ਹਿਸਾਬ ਨਾਲ ਜ਼ਮੀਨ ਵਿਕ ਰਹੀ, 10 ਤੋਂ 12 ਕਰੋੜ ਰੁਪਏ ਏਕੜ ਦੇ ਹਿਸਾਬ ਨਾਲ ਵਿਕ ਰਹੀ ਹੈ। ਜਿਹੜੀ ਤੁਸੀਂ ਕੋਡੀਆਂ ਦੇ ਭਾਵ ਜ਼ਮੀਨ ਲਈ ਹੋਈ ਸੀ, ਉਹ ਜ਼ਮੀਨ ਨੂੰ ਇਹਨਾਂ ਨੇ ਇੰਡਸਟਰੀ ਥਾਂ 'ਤੇ ਕਦੋਂ ਕਨਵਰਟ ਕਰਤਾ। ਔਰ ਉਹਦੀ ਹੁਣ ਇਨਕੁਆਇਰੀ ਅਸੀਂ ਸਾਰੀ ਦਿੱਤੀ ਹੋਈ ਹੈ ਕੁਲਦੀਪ ਧਾਲੀਵਾਲ ਜੀ ਨੂੰ, ਸਾਰੀ ਰਿਪੋਰਟ ਦਿੱਤੀ ਹੋਈ, ਹਰ ਰਿਪੋਰਟ ਜਾਂਦੀ ਉਹਨਾਂ ਕੋਲ। ਅਤੇ ਉਹ ਕਿਉਂਕਿ ਇਹ ਸ਼ਹਿਰੀ ਆ ਜਾਂਦੀ ਹੈ, ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਲੋਕਲ ਬਾਡੀ ਦਾ ਤਾਂ CM ਸਾਹਿਬ ਕੋਲ ਹੈ, ਅਤੇ CM ਸਾਹਿਬ ਨੂੰ ਅਸੀਂ ਉਹ ਫਾਈਲ ਦੇ ਦਿੱਤੀ ਹੈ। ਜੋ ਵੀ ਤੁਹਾਡੇ ਵਰਗੇ ਕੋਈ ਵੀ ਸਾਨੂੰ ਭੇਜਦੇ ਨੇ ਕਿ ਇੰਨੀ ਜ਼ਮੀਨ ਫਲਾਣੇ ਬੰਦੇ ਦੱਬੀ ਹੈ, ਅਸੀਂ ਉਵੇਂ ਦੀ ਉਵੇਂ ਲਿਸਟ ਬਣਾ ਕੇ ਅੱਗੇ ਵੀ ਜ਼ਰੂਰ ਫਾਰਵਰਡ ਕਰਦੇ ਹਾਂ। ਜੇ ਤੁਹਾਡੇ ਸ਼ਹਿਰ ਜ਼ੀਰਕਪੁਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਹਿਸੀਲਦਾਰ ਹੁੰਦੇ ਸੀ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਜਾਲੀ ਰਜਿਸਟਰੀ ਦੇ ਮਾਮਲੇ 'ਚ। ਕੁਝ ਦਿਨ ਪਹਿਲਾਂ ਅਖਬਾਰ ਵਿੱਚ ਵੀ ਖਬਰ ਆਈ ਸੀ। ਤਾਂ ਕੀ ਲੱਗਦਾ ਕਿ ਇਸ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੀ ਲੋਕ ਕਬਜ਼ਾ ਕਰੀ ਬੈਠੇ ਸੀ? ਬਿਲਕੁਲ ਜੀ, ਜਿਵੇਂ ਜੋ ਇਹ ਨਾ ਮਗਰਮੱਛ ਬੈਠੇ ਉੱਪਰ। ਮੈਂ FCR ਦੀ ਗੱਲ ਕਰਾਂ, ਇੱਕ ਜਿਹੜੀਆਂ ਰਜਿਸਟਰੀ ਦੀ ਗੱਲ ਕੀਤੀ ਤੁਸੀਂ, ਇਹ ਤਹਿਸੀਲਦਾਰ ਦਾ ਕਿੰਨਾ ਕੁ ਕਸੂਰ ਹੈ? ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਬੇਗੁਨਾਹ ਹੈ, ਗੁਨਾਹਗਾਰ ਹੈ ਜਿਸਨੇ ਐਸਾ ਕੰਮ ਕੀਤਾ ਹੋਵੇਗਾ, ਲੇਕਿਨ ਜਿਹੜੇ ਗੁਨਾਹ ਕਰਵਾ ਰਹੇ ਨੇ, ਲੀਡਰਾਂ ਨੇ ਇਹਨਾਂ ਤੋਂ ਗੁਨਾਹ ਕਰਵਾਇਆ, ਫਿਰ FCR ਹੈ, ਉਹਨੇ ਇੱਕ ਲਿਸਟ ਕੀ ਵੀ ਮੈਂ ਆਪਦੀ ਸਾਈਟ 'ਤੇ ਲਿਸਟ ਪਾਣੀ ਹੈ, ਉਹ ਸਾਈਟ 'ਤੇ ਲਿਸਟ ਪਾਣੀ ਸੀ। ਇਹ ਗੱਲ ਹੋ ਗਈ ਅੱਜ ਤੋਂ 8 ਮਹੀਨੇ 9 ਮਹੀਨੇ ਪੁਰਾਣੀ ਗੱਲ, ਅਗਸਤ ਦੀ ਗੱਲ ਹੈ। ਅਗਸਤ 2021 ਦੇ ਵਿੱਚ ਉਹਨਾਂ ਨੇ ਇਹ ਲਿਸਟ ਪਾਣੀ ਸੀ ਵੀ ਮੈਂ ਆਪਦੀ ਵੈਬਸਾਈਟ 'ਤੇ ਪਾ ਦਿਆਂਗੇ, ਲੋਕਲ ਬੋਡੀ ਦੀ ਵੈਬਸਾਈਟ 'ਤੇ, ਤਾਂ ਕਿ ਕਿਸੇ ਨੇ ਵੀ ਕੋਈ ਪ੍ਰੋਪਰਟੀ ਖਰੀਦੀ ਉਹਨੂੰ ਪਤਾ ਲੱਗ ਜਾਏ ਕਿ ਇਲੀਗਲ ਕਲੋਨੀ ਕਿਹੜੀ, ਲੀਗਲ ਕਲੋਨੀ ਹੈ। ਲੇਕਿਨ ਇਹਨਾਂ ਨੇ ਕਿਉਂਕਿ ਇਹ ਭ੍ਰਸ਼ਟੇ ਹੋਏ ਸੀਗੇ, ਜਦੋਂ ਉੱਪਰੋਂ ਭ੍ਰਸ਼ਟਾਚਾਰੀ ਚੱਲ ਪਏ, ਉਹਨਾਂ ਨੇ ਉਸ ਨੂੰ ਅੱਜ ਤੱਕ ਡਾਊਨਲੋਡ, ਜਦ ਕਿ ਗਮਾਡਾ ਨੇ ਸਾਈਟ 'ਤੇ ਪਾਤੀਆਂ ਕਿ ਸਾਡੀਆਂ ਕਿਹੜੀਆਂ ਇਲੀਗਲ ਨੇ, ਲੀਗਲ ਨੇ, ਲੇਕਿਨ ਇਹਨਾਂ ਨੇ ਅੱਜ ਤੱਕ ਵੀ ਇਲੀਗਲ ਕਿਹੜੀ ਹੈ, ਲੀਗਲ ਕਿਹੜੀ ਹੈ, ਅੱਜ ਤੱਕ ਵੀ ਨਹੀਂ ਪਾ ਰਹੇ, ਜਾਣਬੁੱਝ ਕੇ ਨਹੀਂ ਪਾ ਰਹੇ, ਤਾਂ ਕਿਹੜੀਆਂ ਇਲੀਗਲ ਕਲੋਨੀ ਦੀਆਂ ਨੇ, ਇਲੀਗਲ ਕੰਸਟਰਕਸ਼ਨ ਨੇ, ਉਹ ਇਲੀਗਲ ਕਲੋਨੀਆਂ ਦੇ ਆਪਦੀ ਪ੍ਰੋਪਰਟੀ ਲੋਕਾਂ ਨੂੰ ਚੇਪ ਸਕਣ, ਵੇਚ ਸਕਣ। ਇਸ ਕਰਕੇ ਉਹ ਨਹੀਂ ਪਾਉਂਦੇ ਹਜੇ ਤੱਕ ਵੀ। ਇਹਨਾਂ ਕੋਲ ਲਿਸਟਾਂ ਪਈਆਂ ਨੇ, ਤਹਿਸੀਲਦਾਰ ਕੋਲ ਲਿਸਟ ਹੈਗੀ ਹੈ, ਉਹ ਲਿਸਟ ਪਈ ਹੈ, ਲੇਕਿਨ ਉਹ ਕਮਰੇ 'ਚ ਬੰਦ ਕੀਤੀ ਹੈ। ਬਾਹਰ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਰਜਿਸਟਰੀ ਹੋਣੀ ਉਹਦੇ ਬਾਹਰ ਲਗਾਓ, ਪੂਰੀ ਵੱਡੀ ਬੋਰਡ 'ਤੇ ਲਾ ਦਿਓ ਵੀ ਆਹ ਰਜਿਸਟਰ ਇਹ ਨਕਲੀ ਹੈ, ਆ ਅਸਲੀ ਹੈ, ਇਹਦੀ NOC ਨਾਲ ਚਾਹੀਦੀ ਹੈ, ਇਹ ਵਿਦਆਊਟ NOC, ਮਤਲਬ ਉਹ ਇਸ ਸਿੱਕੇ ਨਾਲ ਸੀਗੀਆਂ। ਲੇਕਿਨ ਮਤਲਬ ਹੀ ਉਹ ਸਾਰਾ ਐਵੇਂ ਚੱਲੀ ਗਿਆ ਪਹਿਲਾਂ, ਲੇਕਿਨ ਸਰਕਾਰ ਬਦਲ ਗਈ ਅਤੇ ਥੋੜ੍ਹਾ ਜਿਹਾ ਹੁਣ ਇਹਨਾਂ ਨੂੰ ਇਹ ਸਖਤੀ ਤਾਂ ਹੋਣੀ ਸੀਗੀ, ਔਰ ਇਹ ਸਖਤੀ ਹੋਈ ਹੈ। ਲੋਕਾਂ ਨੂੰ ਸੁਖੀ ਕਰਨ ਵਾਸਤੇ ਇਹ ਸਖਤੀ ਹੋਈ ਹੈ, ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਅੱਗੇ ਵੀ ਇਹ ਕੰਟੀਨਿਊ ਰਹੇਗਾ। ਜੇ ਗੱਲ ਕੀਤੀ ਜਾਵੇ ਸ਼ਹਿਰਾਂ 'ਚ ਜਾਂ ਪਿੰਡਾਂ 'ਚ, ਦੇਖ ਲਓ ਰਸਤੇ ਹੁੰਦੇ ਨੇ, ਕੋਈ ਸੜਕ ਆ ਜਾਂ ਕੋਈ ਲੋਕਲ ਰਸਤਾ ਹੈ, ਕੋਈ ਗਲੀ ਹੈ, ਤਾਂ ਲੋਕਾਂ ਨੇ ਉੱਥੇ ਕਬਜ਼ੇ ਕੀਤੇ ਹੁੰਦੇ ਨੇ। ਜਿੱਦਾਂ ਕਿ ਲਹਿਰਾ ਗਾਗਾ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ
ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਵੱਲੋਂ 2 ਕਮਰੇ ਨੇ ਜਿਹੜੇ ਉਹ ਢਾਏ ਜਾਂਦੇ ਨੇ ਕਿਉਂਕਿ ਸਰਕਾਰ ਦੀ ਸ਼ਕਤੀ ਆ ਜਿਹੜੀ ਉਹ ਵੱਧ ਗਈ ਆ, ਤਾਂ ਕੀ ਲੱਗਦਾ ਕਿ ਇੱਕ ਟਾਈਮ ਤੇ ਉਹ ਸਰਕਾਰੀ ਕੋਠੀ ਛੱਡਣ ਲਈ ਵੀ ਤਿਆਰ ਨਹੀਂ ਸੀ, ਵੱਡਾ ਜੁਰਮਾਨਾ ਹੁੰਦਾ ਹੈ, ਪਰ ਕੈਪਟਨ ਸਰਕਾਰ ਆਉਂਦੀ ਹੈ ਤਾਂ ਉਹ ਜੁਰਮਾਨਾ ਮਾਫ ਹੋ ਜਾਂਦਾ ਹੈ। ਤਾਂ ਕੀ ਲੱਗਦਾ ਕਿ ਇਦਾਂ ਦੇ ਜਿਹੜੇ ਮਾਮਲੇ ਨੇ ਜਿਹੜੇ ਲੀਡਰਾਂ ਨੇ ਖੁਦ ਕਬਜ਼ੇ ਕੀਤੇ ਹੋਏ ਨੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਵੀ ਕਹਿ ਚੁੱਕੇ ਨੇ ਕਿ ਜੇਕਰ ਕੁਲਦੀਪ ਧਾਲੀਵਾਲ ਨੇ ਪੰਚਾਇਤੀ ਜ਼ਮੀਨ ਛਡਾਉਣੀ ਆ ਤਾਂ ਕੈਪਟਨ ਤੇ ਬਾਦਲਾਂ ਨੇ ਮੋਹਾਲੀ ਦੇ ਵਿੱਚ ਕਾਫੀ ਜ਼ਮੀਨ ਆ ਜਿਹੜੀ ਉਹ ਦੱਬੀ ਹੋਈ ਆ, ਤਾਂ ਲੱਗਦਾ ਕਿ ਹੁਣ ਲੀਡਰ ਨੇ ਜਿਹੜੇ ਉਹ ਵੀ ਕਬਜ਼ੇ ਛੱਡ ਦੇਣਗੇ। ਦੇਖੋ ਛੱਡਣਾ ਪੈਣਾ ਹੈ, ਇਹ ਇਹਨਾਂ ਦੀ ਮਜਬੂਰੀ ਹੈ ਕਿਉਂਕਿ ਛੱਡਣ ਨੂੰ ਜੀ ਨਹੀਂ ਕਰਦਾ ਇਹਨਾਂ ਦਾ। ਜਿਹੜਾ 50,000 ਕਰੋੜ ਦਾ ਮਾਲਕ ਹੈ ਉਹ ਉਹਨੂੰ ਹੁੰਦਾ ਕਿ ਮੈਂ 100,000 ਕਰੋੜ ਦਾ ਮਾਲਕ ਕਿਉਂ ਨਾ ਬਣਾ, ਜਾਂ ਮੈਂ 2,000 ਕਰੋੜ ਦਾ ਮਾਲਕ ਬਣ ਜਾ, ਮੈਂ ਪੂਰੇ ਵਰਲਡ ਤੇ ਰਾਜ ਕਰ ਲਾਂ। ਉਹਦੀ ਭੁੱਖ ਨਹੀਂ ਖਤਮ ਹੁੰਦੀ। ਹਵਸ ਅਸੀਂ ਕਹਿੰਦੇ, ਭੁੱਖ ਤਾਂ ਚਲੋ ਹਰੇਕ ਨੂੰ ਲੱਗਦੀ, ਉਨੀ ਖਾ ਜਾਏਗਾ। ਜਿਹੜੀ ਹਵਸ ਹੈ, ਹਵਸ ਦੇ ਵਿੱਚ ਬੰਦਾ ਅੰਨਾ ਹੋ ਜਾਂਦਾ ਪੈਸੇ ਕਮਾਉਣ 'ਚ। ਉਹ ਜ਼ਮੀਨਾਂ ਦੱਬੀ ਗਏ, ਜਿਹੜੀਆਂ ਚੰਗੀਆਂ ਜ਼ਮੀਨਾਂ ਸੀ, ਸ਼ਾਮਲਾ ਜ਼ਮੀਨਾਂ, ਬਹੁਤ ਜ਼ਮੀਨਾਂ ਐਸੀਆਂ ਨੇ ਜਿੱਥੇ ਅੱਜ ਬਹੁਤ ਵੱਡੇ ਮਹਿਲ ਉਸਾਰ ਦਿੱਤੇ ਗਏ ਨੇ, ਜਿੱਥੇ ਬਹੁਤ ਵੱਡੀਆਂ ਕਮਰਸ਼ੀਅਲ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ। ਉਹਨਾਂ ਨੂੰ ਹੁਣ ਕਿਸ ਤਰੀਕੇ ਨਾਲ ਸਰਕਾਰ ਹੈਂਡਲ ਕਰੇਗੀ ਇਹ ਤਾਂ ਨਹੀਂ ਪਤਾ, ਲੇਕਿਨ ਇਹ ਸਾਨੂੰ ਉਮੀਦ ਹੈ ਕਿ 31 ਮਈ ਜਿਹੜੀ ਡੇਟ ਦਿੱਤੀ ਹੈ, ਕਿਉਂਕਿ ਅਸੀਂ ਵੀ ਵੇਟ ਕਰ ਰਹੇ ਹਾਂ। ਜਿਵੇਂ ਸਾਨੂੰ ਲੋਕਾਂ ਦੇ ਹੁਣ ਫੋਨ ਆ ਰਹੇ ਹੈ, ਕੁਛ ਲਿਸਟਾਂ ਆ ਰਹੀਆਂ ਸੀ, ਸਾਡੇ MLA ਕੁਲਜੀਤ ਰੰਧਾਵਾ ਜੀ ਨੇ, ਉਹਨਾਂ ਤੱਕ ਵੀ ਅਸੀਂ ਸਾਰੀ ਗੱਲ ਪਹੁੰਚਾਉਂਦੇ ਹਾਂ, ਨਾਲ ਦਿੰਦੇ ਹਾਂ। ਉਹਨਾਂ ਕੋਲ ਵੀ ਔਰ ਲਿਸਟਾਂ ਗਈਆਂ ਨੇ, ਉਹ ਲਿਸਟਾਂ ਅਸੀਂ ਅੱਗੇ ਵੀ ਭੇਜ ਰਹੇ ਹਾਂ। ਅਤੇ ਉਹ ਮੈਨੂੰ ਉਮੀਦ ਹੈ ਕਿ 31 ਮਈ ਦੀ ਸਿਰ ਵੇਟ ਕਰ ਰਹੇ। ਉਹ ਕਹਿੰਦੇ 31 ਮਈ ਤੱਕ ਇਹ ਆਪੇ ਆਪ ਸਰੈਂਡਰ ਕਰ ਦੇਣਗੇ। ਉਹ ਜੇ ਇਹਨਾਂ ਨੇ ਆਪੇ ਆਪ ਸਰੈਂਡਰ ਕਰਤੀ ਤਾਂ ਠੀਕ ਹੈ, ਨਹੀਂ ਤਾਂ ਫਿਰ ਡੰਡਾ ਸਾਰਿਆਂ ਵਾਸਤੇ ਬਰਾਬਰ ਹੈ। ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਦਾ ਚਾਬਕ CM ਸਾਹਿਬ ਨੇ ਫੜ ਰੱਖਿਆ ਹੈ, ਉਹ ਡੰਡਾ ਸਾਰਿਆਂ ਵਾਸਤੇ ਇੱਕੋ ਜਿਹਾ ਹੋਊਗਾ। ਕੋਈ ਉਹਨਾਂ ਨੇ ਵੇਖ ਕੇ ਸ਼ਕਲ ਵੇਖ ਕੇ ਨਹੀਂ ਮਾਰਦੇ, ਉਹਨਾਂ ਨੇ ਸਭ 'ਤੇ ਇੱਕੋ ਜਿਹਾ ਹੀ ਚਲਾਉਣਾ ਵੀ ਹੁਣ ਜੇਕਰ ਤੁਹਾਨੂੰ ਇੱਕ ਟਾਈਮ ਦੇਤਾ, ਇੱਕ ਤਾਂ ਹੁੰਦਾ ਕਿ ਤੁਹਾਨੂੰ ਟਾਈਮ ਨਹੀਂ ਦਿੱਤਾ ਗਿਆ, ਤੁਸੀਂ ਅਚਾਨਕ ਸਾਨੂੰ ਨੋਟਿਸ ਦੇਤਾ, ਉਹਨੂੰ ਟਾਈਮ ਦੇਤਾ ਵੀ 31 ਮਈ ਤੱਕ ਆਪੇ ਆਪ ਸਰੈਂਡਰ ਕਰ ਦਿਓ, ਅਤੇ ਉਹ ਆਪੇ 31 ਮਈ ਤੱਕ ਦੇਖਦੇ ਆ। ਇਹਨਾਂ ਨੂੰ ਵੱਡੇ ਜਿੱਡੇ ਮਰਜ਼ੀ ਵੱਡੇ ਲੀਡਰ ਨੇ, ਇਹਨਾਂ ਸਭ ਨੂੰ ਸਰੈਂਡਰ ਕਰਨੀ ਪਏਗੀ, ਨਹੀਂ ਤਾਂ ਫਿਰ ਕਰਵਾਉਣਗੇ। ਜੇ ਗੱਲ ਕੀਤੀ ਜਾਵੇ ਕਿ ਲਿਸਟ ਆਈ ਸੀ ਉਹਦੇ ਮੁਤਾਬਕ 50,000 ਏਕੜ ਪੰਜਾਬ ਦੀ ਜ਼ਮੀਨ ਆ ਜਿਹਦੇ ਉੱਪਰ ਨਜਾਇਜ਼ ਕਬਜ਼ੇ ਹੋਏ ਪਏ ਨੇ, ਤਾਂ ਜਦੋਂ ਇਹ ਕਬਜ਼ੇ ਛੁਡਾ ਲਏ ਜਾਣਗੇ ਤਾਂ ਕੀ ਲੱਗਦਾ ਕਿ ਸਰਕਾਰ ਦੇ ਰੈਵਨਿਊ 'ਚ ਕਿੰਨਾ ਕੁ ਵਾਧਾ ਹੋਏਗਾ? ਬਹੁਤ ਜੀ, ਹਜ਼ਾਰਾਂ ਕਰੋੜ ਰੁਪਏ ਦੀ ਮੈਂ ਗੱਲ ਕਰਾਂਗਾ। ਲੀਜ਼ 'ਤੇ ਅਸੀਂ ਇਹ ਵੀ ਚਲੋ ਅਸੀਂ ਇੱਕ ਗੱਲ ਰੱਖੀ, ਅਪੀਲ ਵੀ ਕੀਤੀ ਹੈ ਕਿ ਜਿਹੜੀ ਇਹ ਲੀਜ਼ 'ਤੇ ਦੇਵਾਂਗੇ ਆਪਾਂ, ਦੇਣੀ ਹੈ ਤੁਸੀਂ ਇਹਨੂੰ ਵੀ ਥੋੜ੍ਹਾ ਜਿਹਾ, ਕਿਉਂਕਿ ਅੱਜ ਕਿਸਾਨ ਦੇ ਵੀ ਇੰਨਾ ਹੈ ਨਹੀਂ ਵੀ ਫਸਲਾਂ ਵੀ ਕਿਸ ਤਰੀਕੇ ਨਾਲ ਹੋ ਰਹੀਆਂ ਨੇ ਔਰ ਖਰਚੇ ਕਿਸ ਤਰੀਕੇ ਨਾਲ ਹੋ ਰਹੇ, ਕਿ ਉਹਨਾਂ ਨੂੰ ਵੀ ਜਿਹੜਾ ਹੈ ਲੀਜ਼ ਦਾ ਰੇਟ ਘੱਟ ਕੀਤਾ ਜਾਵੇ ਥੋੜ੍ਹਾ ਜਿਹਾ। ਜੇ ਐਵੇਂ ਨਾ ਹੋਵੇ ਵੀ ਉਹਦੇ ਨਾਲ ਜੁੜੇ ਨੇ ਮਜ਼ਦੂਰ। ਜਿਵੇਂ ਅਸੀਂ ਪਿੱਛੇ ਇੱਕ ਵਾਇਰਲ ਹੋਈ ਹੈ ਵੀਡੀਓ ਕਿ ਇੱਕ ਜੱਟ ਕਹਿ ਰਿਹਾ ਕਿ ਮਜ਼ਦੂਰਾਂ ਨੂੰ ਇਸ ਤੋਂ ਵੱਧ ਲੇਬਰ ਨਹੀਂ ਦੇਣੀ, ਇਹਨੂੰ ਵੜਨ ਨਾ ਦਿਓ। ਜਦੋਂ ਮਜ਼ਦੂਰਾਂ ਨੇ ਵੀ ਉੱਥੇ ਕੰਮ ਕਰਨਾ ਹੈ, ਜੇ ਕਿਸਾਨ ਨੂੰ ਵੱਧ ਬਚੂਗਾ ਤਾਂ ਮਜ਼ਦੂਰ ਨੂੰ ਵੱਧ ਦੇਊਗਾ। ਅਤੇ ਜੇ ਕਿਸਾਨ ਦੇ ਉੱਪਰ ਜੇਕਰ ਇਹਦੀ ਬੋਲੀਆਂ ਉੱਚੀ ਜਾਣਗੀਆਂ, ਵਿਚਾਰੇ ਕਿੱਥੋਂ ਰੋਟੀ ਖਾਣਗੇ। ਅਤੇ ਸਾਨੂੰ ਇਹ ਲੱਗਦਾ ਕਿ ਜਿੰਨੀ ਜ਼ਮੀਨ ਛੱਡੀ ਜਾਏਗੀ ਇਹ ਸਾਰੀ ਦੀ ਸਾਰੀ ਲੀਜ਼ 'ਤੇ ਦਿੱਤੀ ਜਾਏਗੀ, ਬੜੇ ਸੋਹਣੇ ਢੰਗ ਨਾਲ। ਕਿਤੇ ਹਸਪਤਾਲ ਬਣਨਗੇ, ਕਿਤੇ ਸਕੂਲ ਬਣਨਗੇ। ਸਾਡੇ ਕੋਲ ਐਸੀਆਂ ਥਾਵਾਂ ਨੇ ਜਿੱਥੇ ਹਸਪਤਾਲ ਬਣਨੇ ਚਾਹੀਦੇ ਨੇ, ਲੇਕਿਨ ਕਿਉਂਕਿ ਉਹ ਜ਼ਮੀਨਾਂ ਦੇ ਕਬਜ਼ੇ ਸੀਗੇ, ਸਰਕਾਰਾਂ ਦੇ ਕਬਜ਼ੇ ਸੀ, ਇਸ ਕਰਕੇ ਉਹ ਕੁਛ ਵੀ ਨਹੀਂ ਕਰ ਪਾਏ। ਸਾਨੂੰ ਇਹ ਵੀ ਉਮੀਦ ਹੈ ਕਿ ਹੁਣ ਹਰ ਸ਼ਹਿਰ ਦੇ ਵਿੱਚ ਬਹੁਤ ਕਹਿੰਦੇ ਨਾ ਮਲਟੀ ਸਪੈਸ਼ਲਿਸਟ ਜਿਹੜੇ ਨੇ ਹਸਪੀਟਲ ਹੋਣਗੇ, ਵਧੀਆ ਸਕੂਲ ਹੋਣਗੇ, ਕਿਉਂਕਿ ਜ਼ਮੀਨਾਂ ਇੰਨੀਆਂ ਪਈਆਂ ਨੇ। ਔਰ ਉਸ ਦੇ ਬਾਵਜੂਦ ਵੀ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਇੱਥੋਂ ਜ਼ਮੀਨਾਂ ਤੋਂ ਜਿਹੜਾ ਇਹਨਾਂ ਨੂੰ ਆਏਗਾ, ਰੈਵਨਿਊ ਆਏਗਾ। ਮਜ਼ਦੂਰਾਂ ਦੀ ਗੱਲ ਕੀਤੀ ਤਾਂ ਪਿੰਡੂ ਅਤੇ ਸ਼ਹਿਰੀ ਇਲਾਕਿਆਂ 'ਚ ਬਹੁਤ ਸਾਰੇ ਅਜਿਹੇ ਮਜ਼ਦੂਰ ਨੇ ਜਿਹੜੇ ਕਿਸੇ ਜਗ੍ਹਾ ਉੱਤੇ ਕਬਜ਼ਾ ਕਰਕੇ ਨਜਾਇਜ਼ ਤੌਰ 'ਤੇ, ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਤਾਂ ਹੁੰਦੇ ਨਹੀਂ ਕਿ ਪ੍ਰਾਪਰਟੀ ਖਰੀਦ ਲੈਣ, ਕੋਈ ਸਰਕਾਰੀ ਪ੍ਰਾਪਰਟੀ ਜਾਂ ਕੋਈ ਸ਼ਾਮਲਾ ਟਵੇਲਾ ਪਿਆ ਉੱਥੇ ਆਪਣਾ ਛੋਟਾ ਜਿਹਾ ਉਹ ਘਰ ਵਸਾ ਲੈਂਦੇ ਨੇ। ਤਾਂ ਕੀ ਲੱਗਦਾ ਕਿ ਉਹ ਨਜਾਇਜ਼ ਕਬਜ਼ੇ ਸਰਕਾਰ ਨੂੰ ਛਡਾਉਣੇ ਚਾਹੀਦੇ ਨੇ, ਜਾਂ ਫਿਰ ਮਜ਼ਦੂਰਾਂ ਨੂੰ ਇੱਕ ਪਲਾਟ ਕੱਟ ਕੇ ਦਿੱਤਾ ਜਾਣਾ ਚਾਹੀਦਾ, ਜਾਂ ਫਿਰ ਜਿਹੜੇ ਉਹਨਾਂ ਦੇ ਕਬਜ਼ੇ ਕੀਤੇ ਹੋਏ ਨੇ ਜੇ ਹੋ ਸਕਣ ਤਾਂ ਉਹਨਾਂ ਨੂੰ ਲੀਗਲ ਕਰ ਦਿੱਤਾ ਜਾਵੇ, ਉਹਨਾਂ ਦੇ ਨਾਮ ਰਜਿਸਟਰੀ ਕਰ ਦਿੱਤੀ ਜਾਵੇ? ਉਹ ਇਹ ਸਰਕਾਰ ਵੈਸੇ ਤਾਂ ਥਾਵਾਂ ਫਿਕਸ ਕੀਤੀਆਂ ਹੋਈਆਂ ਨੇ, ਕਈ ਪਿੰਡਾਂ ਦੇ ਵਿੱਚ ਹਰ ਥਾਂ 'ਤੇ ਕੋਈ ਨਾ ਕਿਤੇ SCBC ਵਾਸਤੇ ਥਾਵਾਂ ਛੱਡੀਆਂ ਨੇ, ਸ਼ਾਮਲਾ ਜ਼ਮੀਨਾਂ ਦੇ ਵਿੱਚ ਹਿੱਸੇ ਪਾਏ ਉਹਨਾਂ ਦੇ, ਉੱਥੇ ਉਹਨਾਂ ਨੂੰ ਵਾਹੀ ਵੀ ਉਹ ਕਰ ਰਹੇ ਨੇ, ਰਹਿ ਵੀ ਰਹੇ ਨੇ। ਲੇਕਿਨ ਜਿਹੜੇ ਪ੍ਰਵਾਸੀ ਨੇ ਲੋਕ, ਜਾਂ UP ਤੋਂ ਆ ਗਏ, ਬਿਹਾਰ ਤੋਂ ਆ ਗਏ, ਇੱਥੇ ਵਸ ਰਹੇ ਨੇ, 15 ਸਾਲਾਂ ਤੋਂ ਰਹਿ ਰਹੇ ਨੇ, ਮੈਂ ਇਹ ਤਾਂ ਨਹੀਂ ਕਹਾਂਗਾ ਕਿ ਜਿਹੜੀ ਥਾਂ 'ਤੇ ਉਹਨਾਂ ਨੇ ਕਬਜ਼ਾ ਕੀਤਾ ਉਹ ਕਬਜ਼ੇ ਕਰਕੇ ਬੈਠੇ ਰਹਿਣ, ਲੇਕਿਨ ਸਰਕਾਰ ਉਹਨਾਂ ਵਾਸਤੇ ਪਾਲਿਸੀ ਜ਼ਰੂਰ ਬਣਾਵੇ। ਜਿਵੇਂ ਅਸੀਂ ਇੱਥੇ ਵੇਖਦੇ ਹਾਂ ਪੰਚਕੂਲਾ ਵਿੱਚ ਵੀ ਅਫੋਰਡੇਬਲ ਹਾਊਸਿੰਗ ਬਣਾ ਰਹੇ ਨੇ, ਇੱਥੇ ਵੀ ਕੀ ਕਰ ਰੱਖਿਆ ਕਿ ਪੰਜਾਬ ਦੇ ਵਿੱਚ ਵੀ ਇੱਕ ਪੈਸੇ ਭਰਵਾਏ ਜਾਂਦੇ ਨੇ। ਜਦੋਂ ਵੀ ਕੋਈ ਬਿਲਡਿੰਗ ਬਣਦੀ ਹੈ ਉਹਦੇ ਵਿੱਚ ਇਕਨੋਮਿਕਲ ਵੀਕਰ ਸੈਕਸ਼ਨ ਵਾਸਤੇ 10% ਰੱਖਿਆ ਜਾਂਦਾ ਹੈ। ਜਿਵੇਂ ਸਕੂਲਾਂ 'ਚ ਅਸੀਂ SCBC ਰੱਖਿਆ ਸੀਗਾ, ਉਵੇਂ ਇਹ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਵਾਸਤੇ 10% ਦਾ ਕੋਟਾ ਹੈ।
ਕਿ ਜਿੱਥੇ 500 ਫਲੈਟ ਬਣਨਗੇ ਉੱਥੇ 50 ਫਲੈਟ ਇਹਨਾਂ ਲਈ ਬਣਨਗੇ। ਜੇ ਤੁਸੀਂ ਨਹੀਂ ਬਣਾਓਗੇ ਤਾਂ ਉਹਨਾਂ ਦਾ 6 ਲੱਖ ਰੁਪਈਆ ਰੱਖਤਾ ਕਿ 6 ਲੱਖ ਰੁਪਏ ਦੇ ਹਿਸਾਬ ਨਾਲ ਸਰਕਾਰ ਨੂੰ ਜਮ੍ਹਾਂ ਕਰਾ ਦਿਓ। ਉਹਨਾਂ ਪੈਸਿਆਂ ਦੇ ਨਾਲ ਜਿਹੜੇ ਅਸੀਂ ਲੋਕਾਂ ਨੂੰ ਘਰ ਬਣਾ ਕੇ ਦਿਆਂਗੇ, ਲੇਕਿਨ ਉਹ ਪੈਸੇ ਤਾਂ ਜ਼ਰੂਰ ਕੱਟ ਲਏ, ਉਹ ਘਰ ਵਾਲੇ ਪਾਸੇ ਕੋਈ ਧਿਆਨ ਹੀ ਨਹੀਂ ਗਾ ਅੱਜ ਤੱਕ ਸਰਕਾਰਾਂ ਦਾ ਕਿਸੇ ਪਾਸੇ ਵੀ ਨਹੀਂ ਕਿ ਉਹ ਰੁਪਈਆ ਜਿਹੜਾ ਇੰਨਾ ਇਕੱਠਾ ਹੋਇਆ ਬਿਲਡਰਾਂ ਨੇ ਦਿੱਤੇ ਨੇ। ਜੇ ਇੱਕ ਕਲੋਨੀ ਦੇ ਵਿੱਚ ਵੀ 6-6 ਕਰੋੜ 5-5 ਕਰੋੜ ਕਿੰਨੀਆਂ ਕਲੋਨੀਆਂ ਨੇ ਆਇਆ ਤਾਂ ਉਹ ਘਰ ਵਸਾ ਸਕਦੇ ਸੀ, ਸ਼ਾਮਲਾ ਜ਼ਮੀਨਾਂ 'ਤੇ ਬਣਾ ਸਕਦੇ ਸੀ, ਪਰ ਉਹਨਾਂ ਨੇ ਇੱਧਰ ਕੋਈ ਕਦਮ ਨਹੀਂ ਚੱਕਿਆ। ਤੇ ਅਸੀਂ ਅਪੀਲ ਵੀ ਕਰਾਂਗੇ, ਇਹ ਵਾਲੀ ਅਪੀਲ ਵੀ ਕਰਾਂਗੇ CM ਸਾਹਿਬ ਕੋਲ ਕਿ ਉਹਨਾਂ ਮਜ਼ਦੂਰਾਂ ਦਾ ਵੀ ਜ਼ਰੂਰ ਧਿਆਨ ਰੱਖਿਆ ਜਾਏ ਜਿਹੜੇ ਵਿਚਾਰੇ ਗਰੀਬ ਜਿਹੜੇ ਇੰਨੀ ਦੂਰੋਂ ਚੱਲ ਕੇ ਆਏ ਨੇ ਪੰਜਾਬ ਦੇ ਵਿੱਚ। ਉਹਨਾਂ ਨੂੰ ਲੱਗਾ ਕਿ ਪੰਜਾਬ ਖੁਸ਼ਹਾਲ ਹੈ ਤੇ ਪੰਜਾਬ 'ਚ ਉਹਨਾਂ ਦੀ ਰੋਜੀ ਰੋਟੀ ਹੈ, ਪੰਜਾਬ ਰੋਟੀ ਤਾਂ ਪੰਜਾਬ ਅਸੀਂ ਵੀ ਉਹ ਜੋ ਆਵੇ ਆਸ ਕਰ ਜਾਵੇ ਨਿਰਾਸ਼ਾ ਚਿੱਤ। ਜੇਕਰ ਸਾਡੇ ਤੋਂ ਨਿਰਾਸ਼ ਹੋ ਕੇ ਜਾਂਦੇ ਨੇ ਵੀ ਇੱਥੇ ਪੰਜਾਬ 'ਚ ਕੁਛ ਨਹੀਂ ਤਾਂ ਉਹ ਵੀ ਬੜੀ ਮਾੜੀ ਗੱਲ ਆ। ਤਾਂ ਉਹਨਾਂ ਲਈ ਵੀ ਕੁਛ ਨਾ ਕੁਛ ਜ਼ਰੂਰ ਸੋਚਣਾ ਚਾਹੀਦਾ। ਕਬਜ਼ੇ ਚਾਹੇ ਖਾਲੀ ਕਰਾਉਣ, ਲੇਕਿਨ ਉਹਨਾਂ ਨੂੰ ਵੀ ਕੋਈ ਪ੍ਰੋਪਰ ਥਾਂ ਜ਼ਰੂਰ ਦੇਣੀ ਚਾਹੀਦੀ ਹੈ, ਪਿੰਡਾਂ 'ਚ ਹੈ ਭਾਵੇਂ ਸ਼ਹਿਰਾਂ ਦੀ ਗੱਲ। ਠੀਕ ਹੈ ਚੌਧਰੀ ਜੀ, ਆਖਰੀ ਸਵਾਲ ਕਿ ਨਜਾਇਜ਼ ਕਬਜ਼ੇ ਛੁਡਾਉਣ ਤੋਂ ਬਾਅਦ ਸਰਕਾਰ ਨੂੰ ਕਿਹੜੀ ਅਗਲੀ ਗੱਲ ਵੱਲ ਧਿਆਨ ਦੇਣਾ ਚਾਹੀਦਾ? ਦੇਖੋ, ਜੇਕਰ ਤਾਂ ਆਪਾਂ ਗੱਲ ਕਰੀਏ ਪੇਂਡੂ ਸ਼ਹਿਰੀ ਤੇ ਪੇਂਡੂ ਦੀ ਸ਼ਾਮਲਾ ਜ਼ਮੀਨਾਂ ਦੀ ਗੱਲ ਕਰੀਏ, ਵੀ ਆਪਾਂ ਸਿਰਫ ਗੱਲ ਜ਼ਮੀਨ ਦੀ ਗੱਲ ਕਰ ਰਹੇ ਹਾਂ, ਜ਼ਮੀਨ ਵਾਲੇ ਪਾਸੇ ਅਗਰ ਸਾਰੀ ਜ਼ਮੀਨ ਹੋ ਜਾਂਦੀ ਹੈ ਫਿਰ ਉਹਦੀ ਜਿਹੜੀ ਇਹ ਕੈਲਕੂਲੇਸ਼ਨ ਹੋਏਗੀ ਕਿ ਟੋਟਲ ਕਿੰਨੀ ਜ਼ਮੀਨ ਹੋ ਗਈ ਹੈ, ਕਿਹੜੀ ਪਿੰਡ 'ਚ ਰਹਿ ਗਈ, ਕਿਹੜੀ ਸ਼ਹਿਰ 'ਚ ਆ ਗਈ, ਕਿਹੜੀ ਐਸੀਆਂ ਜ਼ਮੀਨਾਂ ਨੇ, ਕੁਛ ਵਧੀਆ ਜ਼ਮੀਨਾਂ ਨੇ ਪਿੰਡਾਂ ਦੇ ਵਿੱਚ। ਕੋਈ ਮੰਨ ਲਓ ਅੱਗੇ ਪਲੈਨਿੰਗ ਇਹਨਾਂ ਦੀ ਕੀ ਹੈ ਕਿ ਉਹਨਾਂ ਨੂੰ ਕਿਵੇਂ ਯੂਜ਼ ਕਰਨਾ ਹੈ। ਤੁਹਾਨੂੰ ਜਿਵੇਂ ਦੱਸਿਆ ਕਿ ਹਸਪਤਾਲ ਤੇ ਸਕੂਲ ਤਾਂ ਨੰਬਰ 1 ਰਹੇ ਉਹਨਾਂ ਦੇ, ਜੇ ਮੁਹੱਲਾ ਕਲੀਨਿਕ ਹੈ ਜਾਂ ਹਸਪਤਾਲਾਂ ਦੀ ਵੱਡੇ ਹਸਪਤਾਲਾਂ ਦੀ ਗੱਲ ਕਰੀਏ ਤੇ ਜਾਂ ਆਪਾਂ ਸਕੂਲਾਂ ਦੀ ਗੱਲ ਕਰੀਏ, ਉਹ ਸਕੂਲ ਪਿੰਡਾਂ 'ਚ ਹਰ ਥਾਂ ਹੈਗੇ ਨੇ। ਸਕੂਲਾਂ 'ਚ ਪਿੰਡ ਚਲੇ, ਕਈ ਪਿੰਡਾਂ 'ਚ ਸਕੂਲ ਨਹੀਂ ਹੈਗੇ। ਜੇ ਕਿਤੇ ਛੋਟੇ ਨੇ ਉਹਨੂੰ ਅਪਗ੍ਰੇਡ ਕਰਨਾ ਹੈ, ਉਹ ਸਾਰੀਆਂ ਜ਼ਮੀਨਾਂ ਹੀ ਨਾਲ ਚਾਹੀਦੀਆਂ ਨੇ। ਉਹਨਾਂ ਜ਼ਮੀਨਾਂ 'ਤੇ ਕਰਨ ਨੂੰ ਪਲੈਨਿੰਗ ਬਹੁਤ ਨੇ, ਇੰਨੇ ਡਿਪਾਰਟਮੈਂਟ ਨੇ ਤੇ ਇੰਨੇ ਡਿਪਾਰਟਮੈਂਟਾਂ ਦੀ ਕਈ ਤਰੀਕੇ ਦੀਆਂ ਪਲੈਨਿੰਗ ਹੋ ਸਕਦੀਆਂ। ਕਿਤੇ ਜਿਵੇਂ ਸੀਵਰ ਟ੍ਰੀਟਮੈਂਟ ਪਲਾਂਟ ਦੀ ਗੱਲ ਕਰ ਰਹੇ ਹਾਂ, ਬੜਾ ਕੁਛ ਉਹਦੇ 'ਚੋਂ ਨਿਕਲਦਾ, ਉਹਦੇ 'ਚੋਂ ਖਾਦਾਂ ਵੀ ਨਿਕਲਦੀਆਂ ਨੇ, ਬੜਾ ਕੁਛ ਹੈਗਾ ਹੈ। ਅਸੀਂ ਗੋਬਰ ਗੈਸ ਵਾਲੀ ਗੱਲ ਕਰਦੇ ਹਾਂ, ਉਹ ਵੀ ਪਲਾਂਟ ਲੱਗਣੇ ਕਿ ਸਾਰੀਆਂ ਸ਼ਾਮਲਾ ਜ਼ਮੀਨਾਂ 'ਤੇ ਲੱਗਣੀਆਂ ਨੇ, ਕਿਤੇ ਹੋਰ ਤਾਂ ਲੱਗ ਨਹੀਂ ਸਕਦੀਆਂ। ਇਸ ਤਰੀਕੇ ਦੀਆਂ ਕਈ ਪਲੈਨਿੰਗ ਹੋ ਸਕਦੀਆਂ ਨੇ। ਜਿਵੇਂ ਸੋਲਰ ਦੀ ਗੱਲ ਕਰੀਏ, ਸੋਲਰ ਸਿਸਟਮ ਲੱਗ ਰਿਹਾ ਹੁਣ। ਸੋਲਰ ਸਿਸਟਮ ਕਿਤੇ ਕਿਤੇ ਨਹਿਰ 'ਤੇ, ਜਿਵੇਂ ਲੁਧਿਆਣੇ ਜਾਂਦੇ ਹਾਂ, ਉਹਨਾਂ ਨੇ ਪੂਰੇ ਕਨਾਲ ਦੇ ਉੱਪਰ ਲਾਇਆ ਹੋਇਆ। ਐਵੇਂ ਕੋਈ ਲੋਕਾਂ ਨੂੰ ਵੀ ਮਤਲਬ ਉਹਦੇ 'ਚ ਬੜੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਸਮਝਾਉਣ ਦੀ ਵੀ ਸੋਲਰ ਲਓ, ਲੇਕਿਨ ਇੰਨਾ ਪੈਸਾ ਲੋਕ ਲਾ ਨਹੀਂ ਸਕਦੇ। ਤੇ ਉਹ ਹੋ ਸਕਦਾ ਇਹੋ ਜਿਹੀਆਂ ਥਾਵਾਂ 'ਤੇ ਉਹ ਜਿਹੇ ਪਲਾਂਟ, ਮਤਲਬ ਕਈ ਪੰਜਾਬ ਦੇ ਕੋਲ ਬਹੁਤ ਸਕੀਮਾਂ ਨੇ ਐਸੀਆਂ, ਉਹ ਉਹਨਾਂ ਜ਼ਮੀਨਾਂ 'ਤੇ ਕੀਤਾ ਜਾ ਸਕਦਾ ਜਿਹਦੇ ਨਾਲ ਰੈਵਨਿਊ ਇਕੱਠਾ ਹੋਵੇ। ਤੇ ਬਾਕੀ ਸਰਕਾਰ ਦੀ ਇਹ ਪਲੈਨਿੰਗਾਂ ਕੀ ਹੋਣਗੀਆਂ ਅੱਗੇ ਬਾਅਦ ਦੀ ਗੱਲ ਹੈ। ਚੌਧਰੀ ਸਾਹਿਬ, ਇੱਕ ਸਵਾਲ ਹੋਰ, ਜੇ ਗੱਲ ਕੀਤੀ ਜਾਵੇ ਪੰਜਾਬ 'ਚ ਕਈ ਤਰ੍ਹਾਂ ਦੀ ਜ਼ਮੀਨ ਆ, ਕੋਈ ਉਪਜਾਊ ਜ਼ਮੀਨ ਆ, ਖੇਤੀ ਲਈ ਬਹੁਤ ਵਧੀਆ ਹੈ, ਜਦਕਿ ਕਈ ਇਲਾਕੇ ਆ ਜਿਹਨੇ ਜਿੱਥੇ ਰੇਤਲੀ ਜ਼ਮੀਨ ਆ ਜਾਂ ਬੰਜਰ ਜ਼ਮੀਨ ਆ ਉੱਥੇ ਫਸਲ ਘੱਟ ਹੁੰਦੀ ਆ। ਤਾਂ ਸਰਕਾਰਾਂ ਹੁਣ ਤੱਕ ਕਰਦੀਆਂ ਆਈਆਂ ਨੇ ਕਿ ਜਿਹੜਾ ਬਹੁਤ ਹੀ ਉਪਜਾਊ ਜ਼ਮੀਨ ਆ ਉਹ ਜਗ੍ਹਾ ਅਕਵਾਇਰ ਕਰ ਲਈ, ਉੱਥੇ ਦੀ ਕੋਈ ਇੰਡਸਟਰੀ ਬਣਾਤੀ ਜਾਂ ਕੁਛ ਵੀ ਬਣਾਤਾ। ਤਾਂ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਕਿ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਉਹ ਖੇਤੀ ਵਾਸਤੇ ਹੀ ਛੱਡੀਆਂ ਜਾਣ, ਕਿਉਂਕਿ ਬਹੁਤ ਵੱਡੀ ਲੋੜ ਆ। ਭੋਜਨ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਤੇ ਜਿੱਥੇ ਆਮਦਨ ਘੱਟ ਹੁੰਦੀ ਹੈ, ਜਿੱਥੇ ਫਸਲ ਘੱਟ ਹੁੰਦੀ ਹੈ, ਜਿੱਥੇ ਪਾਣੀ ਦੀ ਸਮੱਸਿਆ ਹੈ, ਇੰਡਸਟਰੀ ਨੂੰ ਉਸ ਖੇਤਰ ਵਿੱਚ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਿਉਂਕਿ ਅਗਰ ਜ਼ਮੀਨ ਉਪਜਾਊ ਆ ਤਾਂ ਲੋਕ ਖੇਤੀ ਤੋਂ ਗੁਜ਼ਾਰਾ ਕਰ ਲੈਣਗੇ, ਜਿਨ੍ਹਾਂ ਦੀ ਜ਼ਮੀਨ ਨਹੀਂ ਉਪਜਾਊ ਉਹਨਾਂ ਨੂੰ ਗੁਜ਼ਾਰੇ ਵਾਸਤੇ ਵੀ ਸਾਧਨ। ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਵਿਜ਼ਨ ਹੈ। ਪਹਿਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਬੇਈਮਾਨ ਸਰਕਾਰਾਂ ਸੀ। ਉਹਨਾਂ ਸਰਕਾਰਾਂ ਦਾ ਕਦੀ ਵਿਜ਼ਨ ਵੀ ਨਹੀਂ ਹੋਇਆ। ਇਸ ਵਾਲੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹ ਵਾਲਾ ਗੱਲ ਇਹਨਾਂ ਦਾ ਟੌਪਿਕ ਪਹਿਲਾਂ ਹੋ ਚੁੱਕਿਆ ਕਿ ਕਿਵੇਂ ਅਸੀਂ ਕਿਸਾਨਾਂ, ਕਿਉਂਕਿ ਕਿਸਾਨਾਂ ਦੀ ਸਰਕਾਰ ਹੈ, ਆਮ ਬੰਦੇ ਦੀ ਸਰਕਾਰ ਹੈ, ਤੇ ਉਹ ਇੱਧਰ ਬਹੁਤ ਧਿਆਨ ਦੇ ਰਹੇ ਹੈ। ਔਰ ਪਹਿਲੀਆਂ ਸਰਕਾਰਾਂ ਨੇ ਕਦੀ ਇਹ ਧਿਆਨ ਹੀ ਨਹੀਂ ਦਿੱਤਾ ਇਸ ਗੱਲ ਵਾਲੇ ਪਾਸੇ। ਉਹਨਾਂ ਨੂੰ ਤਾਂ ਜਿਹੜੀ ਚੰਗੀ ਜ਼ਮੀਨ ਲੱਗੀ ਉਹ ਐਕਵਾਇਰ ਕਰਦੇ ਰਹੇ, ਕਿਉਂਕਿ ਉਹਨਾਂ ਦੇ ਹਰ ਥਾਂ 'ਤੇ ਆਪਦੇ ਹਿੱਸੇ ਸੀ, ਹਰ ਚੀਜ਼ ਉਹਨਾਂ ਨੇ ਆਪਦੇ ਹਿੱਸੇ ਪਾਏ ਸੀ, ਲੀਜ਼ 'ਤੇ ਲੈਣੀ ਸੀ, ਤਾਂ ਵੀ ਉਹ ਚੰਗੀਆਂ ਜ਼ਮੀਨਾਂ ਦੱਬ ਲੈਂਦੇ ਸੀਗੇ। ਤੇ ਜਿੱਥੇ ਉਪਜਾਊ ਕੋਣੀ ਹੈਗੀ ਜ਼ਮੀਨ, ਜਿਹੜੀ ਹੈ ਆਪਾਂ ਨੂੰ ਇਹੋ ਜਿਹੀ ਲੱਗਦੀ ਬੰਜਰ ਜ਼ਮੀਨ, ਉਹ ਇਹਨਾਂ ਦੇ ਕੰਮ ਦੀ ਨਹੀਂ ਸੀ ਹੁੰਦੀ, ਇਸ ਕਰਕੇ ਉਹ ਪਈ ਰਹਿੰਦੀ ਸੀਗੀ। ਵੀ ਹੁਣ ਮੈਨੂੰ ਲੱਗਦਾ ਕਿ ਸਰਕਾਰ ਦੀ ਨੀਅਤ ਵਧੀਆ ਹੈ, ਵਿਜ਼ਨ ਵਧੀਆ ਹੈ, ਔਰ ਅੱਛੇ ਵਿਜ਼ਨ ਦੇ ਨਾਲ ਕੰਮ ਕਰਨਗੇ ਤਾਂ ਇਸ ਗੱਲ ਵੱਲ ਤੁਹਾਡੀ ਗੱਲ ਜ਼ਰੂਰ ਤੱਕ ਪਹੁੰਚਾਈ ਜਾਏਗੀ। ਇਸ ਤਰੀਕੇ ਨਾਲ ਉਹਨਾਂ ਨਾਲ ਉਸ ਤਰੀਕੇ ਦੀ ਪਲੈਨਿੰਗ ਕਰ ਸਕਣ।